ਵਾਹਿਗੁਰੂ ਸਾਹਿਬ ਜੀਓ। ਸਭਨਾ ਮਰਣਾ ਆਇਆ, ਵਿਛੋੜਾ ਸਭਨਾ ਪੁੱਛੋ ਜਾਇ ਸਿਆਣਿਆ, ਆਗੇ ਮਿਲਨ ਕਿਨਾਹ। ਬਾਰਹ ਬਰਸ ਬਾਲਪਨ ਬੀਤੇ, बीस बरस कछ तप ना कियो, तीस बरस कछ देव न पूजा, फिर पछताना बिरद पयो। मेरी मेरी करते जन्म गयो, सायर सोख भुजंग बलयो। त्रिगंत मात पिता स्नेहं, त्रिग स्नेहं भ्रात बांधवह, त्रिग स्नेहं बनिता बिलास सुत है, त्रिग स्नेहं गृहार्थक है। साध संग स्नेहं सत्यं, सुख्यं वसंत नानक है। कहा बुद्ध प्रभ तुच्छ हमारी, बरन सकै महिमा जो तिहारी। हम ना सकत कर सिफत तुम्हारी, आप ले हो तुम कथा सुधारी। कहा लगाए हो कीट पखाना, महिमा तोर तू ही प्रभ जानै। पिता जन्म जिम पूत न पावै, कहा तवन का भेद बतावै। पिता जन्म जिम पूत न पावै, कहा तवन का भेद बतावै। जुगो जुग टल सतगुरु श्री गुरु ग्रंथ साहिब महाराज जी दी पावन हजूरी अंदर सतगुरां दी साजी निवाजी गुरु रूप गुरु प्यारी खालसा साध संगत जी, आओ सब तो पहला करिए रसना पवित्र, कोई भी रसना वांझी ना रहे जी। गज की फतेह बुलाओ जी। वाहिगुरु जी का खालसा, वाहिगुरु जी की फतेह। गुरु गरीब निवाज सतगुरु श्री गुरु ग्रंथ साहिब महाराज जी की पावन हजूरी अंदर बड़े ही वैराग चित हो करके माता हरजिंदर कौर जी नूं शरदा दे सुमन भेंट करन दे लई तुसी सारे
ਦੂਰੋਂ ਦਰਾਡਿਓਂ ਰਿਸ਼ਤੇਦਾਰ, ਸਕੇ ਸੰਬੰਧੀ ਅਤੇ ਉਹਨਾਂ ਦੇ ਨਾਲ ਪ੍ਰੇਮ ਕਰਨ ਵਾਲੇ ਮੋਹ ਦੀਆਂ ਤੰਦਾਂ ਤੋਂ ਬਚ ਕੇ ਸਤਿਗੁਰਾਂ ਦੀ ਹਜ਼ੂਰੀ ਅੰਦਰ ਮਾਤਾ ਹਰਜਿੰਦਰ ਕੌਰ ਜੀ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਦੇ ਲਈ ਪਹੁੰਚੇ ਹੋ। ਆਓ ਸਾਧ ਸੰਗਤ ਜੀ, ਸਤਿਗੁਰੂ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਵਿੱਚ ਸਜਦਾ ਕਰੀਏ। ਜਦੋਂ ਵੀ ਦੁਨੀਆ ਦੇ ਵਿੱਚ ਸਾਡਾ ਕੋਈ ਸਕਾ ਸੱਜਣ ਸੰਬੰਧੀ ਇਸ ਜਹਾਨ ਤੋਂ ਚਲਿਆ ਜਾਂਦਾ ਹੈ ਤੇ ਕਿਵੇਂ ਆਪਾਂ ਸਤਿਗੁਰਾਂ ਦੇ ਉਪਦੇਸ਼ ਨੂੰ ਆਪਣੇ ਹਿਰਦੇ ਅੰਦਰ ਵਸਾਉਣਾ, ਤੇ ਸਤਿਗੁਰੂ ਜੀ ਕੀ ਉਪਦੇਸ਼ ਬਖਸ਼ਦੇ ਨੇ ਕਿ ਐਸੇ ਸਹਿਮ ਦੇ ਮਾਹੌਲ ਦੇ ਅੰਦਰ ਗੁਰੂ ਦੇ ਨਾਲ ਕਿਵੇਂ ਜੁੜਿਆ ਜਾਵੇ, ਕਿਵੇਂ ਹੋਵੇ ਕਿ ਸਾਨੂੰ ਇਹ ਦੁੱਖ ਸਹਿਣਾ ਆ ਜਾਵੇ। ਕਿਉਂਕਿ ਵਿਛੋੜੇ ਦਾ ਦੁੱਖ ਸਭ ਤੋਂ ਵੱਡਾ ਦੁੱਖ ਹੈ। ਇੱਕ ਤੇ ਸਾਡੀ ਰੂਹ ਦਾ ਪਰਮਾਤਮਾ ਤੋਂ ਵਿਛੋੜਾ ਪਿਆ ਹੋਇਆ, ਮਾਲਕ ਅਕਾਲ ਪੁਰਖ ਵਾਹਿਗੁਰੂ ਜੀ ਤੋਂ ਵਿਛੋੜਾ ਪਿਆ ਹੋਇਆ ਹੈ। ਇੱਕ ਸਾਧ ਸੰਗਤ ਜੀ, ਦੁਨਿਆਵੀ ਤੌਰ 'ਤੇ ਵੀ ਜਦੋਂ ਸਾਡਾ ਕਿਸੇ ਦੇ ਨਾਲ ਵਿਛੋੜਾ ਪੈ ਜਾਂਦਾ ਹੈ, ਖਾਸ ਕਰਕੇ ਉਸ ਦੇ ਨਾਲ ਜਿਹਦੇ ਨਾਲ ਜ਼ਿੰਦਗੀ ਬਿਤਾਈ ਹੋਵੇ, ਜਿਹਨੇ ਸਾਨੂੰ ਆਪਣੀ ਗੋਦ ਦੇ ਵਿੱਚ ਖਿਡਾਇਆ ਹੋਵੇ, ਜਿਹਦੀਆਂ ਲੋਰੀਆਂ ਸੁਣ ਕੇ ਅਸੀਂ ਵੱਡੇ ਹੋਈਏ, ਜਿਹਦੇ ਹੱਥਾਂ ਤੋਂ ਬੁਰਕੀਆਂ ਸਾਡੇ ਮੂੰਹ ਤੱਕ ਪਹੁੰਚਦੀਆਂ ਹੋਣ, ਜਿਹੜੀ ਆਪ ਗਿੱਲੇ ਬਿਸਤਰੇ 'ਤੇ ਸੌਂ ਕੇ ਤੇ ਸਾਨੂੰ ਸੁੱਕੇ ਬਿਸਤਰੇ 'ਤੇ ਸਵਾਵੇਂ, ਘਰੇ ਜਾਣ ਤੋਂ ਲੇਟ ਹੋ ਜਾਈਏ ਤੇ ਦਰਵਾਜ਼ੇ 'ਤੇ ਖੜ੍ਹ ਕੇ ਡੀਕੇ ਉਡੀਕ ਕਰੇ। ਜਦੋਂ ਮਾਂ ਦਾ ਵਿਛੋੜਾ ਜ਼ਿੰਦਗੀ ਦੇ ਵਿੱਚ ਪੈ ਜਾਂਦਾ ਹੈ, ਉਦੋਂ ਫਿਰ ਮਨ ਨੂੰ ਸਮਝਣ ਦੇ ਲਈ ਦੇਰੀ ਲੱਗ ਜਾਂਦੀ ਹੈ। ਕਿਉਂਕਿ ਮਾਂ ਦਾ ਪਿਆਰ ਇੱਕ ਐਸਾ ਪਿਆਰ ਹੈ, ਮਹਾਰਾਜ ਕਹਿੰਦੇ ਵੀ ਸੁਤ ਅਪਰਾਧ ਕਰਤ ਹੈ ਜੇਤੇ, ਜਨਨੀ ਜੀਤ ਨਾ ਰਾਖਸ ਤੇਤੇ। ਰਾਮ ਮਈਆ ਹਉ ਬਾਰਿਕ ਤੇਰਾ, ਕਾਹੇ ਨਾ ਖੰਡਸ ਅਵਗਣ ਮੇਰਾ। ਮਾਂ ਦਾ ਇੱਕ ਪਿਆਰ ਐਸਾ ਹੁੰਦਾ ਹੈ, ਕਹਿੰਦੇ ਵੀ ਸੁਤ ਅਪਰਾਧ ਕਰਤ ਹੈ ਜੇਤੇ। ਪੁੱਤਰ ਜਿੰਨੇ ਮਰਜੀ ਅਪਰਾਧ ਕਰ ਦਵੇ, ਇੱਕ ਸੰਤਾਨ ਜਿੰਨੇ ਮਰਜੀ ਸਾਧ ਸੰਗਤ ਜੀ ਅਪਰਾਧ ਕਰ ਦਵੇ, ਪਰ ਮਾਂ ਦਾ ਸੁਭਾਅ ਹੁੰਦਾ ਵੀ ਮਾਂ ਆਪਣੇ ਪੁੱਤਰ ਦੇ ਅਪਰਾਧਾਂ ਨੂੰ, ਉਹਦੇ ਕੀਤੇ ਗਏ ਅਪਰਾਧ ਕਦੇ ਵੀ ਚੇਤੇ ਨਹੀਂ ਰੱਖਦੀ। ਮਾਂ ਦੀ ਇਹ ਵਡਿਆਈ ਹੈ। ਤੇ ਮਹਾਰਾਜ ਜੀ ਕਹਿੰਦੇ ਵੀ ਹੈ, ਮਾਲਕ ਜੀ ਇਸ ਦੁਨੀਆ ਦੇ ਵਿੱਚੋਂ ਮੇਰੀ ਮਾਂ ਨੇ ਵੀ ਚਲੀ ਜਾਣਾ ਹੈ, ਮੇਰੇ ਪਿਓ ਨੇ ਵੀ ਚਲੇ ਜਾਣਾ ਹੈ, ਮੇਰਾ ਤੇ ਮਾਂ ਵੀ ਤੇ ਪਿਓ ਵੀ ਤੂੰ ਹੀ ਹੈ। ਤੇ ਮੈਂ ਬੇਨਤੀ ਕਰਾਂ ਵੀ ਜਿਸ ਤਰੀਕੇ ਦੇ ਨਾਲ ਮਾਂ ਆਪਣੇ ਪੁੱਤਰ ਦੇ ਅਪਰਾਧ ਚੇਤੇ ਨਹੀਂ ਰੱਖਦੀ, ਆਪਣੇ ਪੁੱਤਰ ਦੇ ਅਵਗਣ ਨਹੀਂ ਚੇਤੇ ਰੱਖਦੀ, ਉਹਦੇ ਗੁਣ ਚੇਤੇ ਰੱਖਦੀ ਹੈ। ਤੂੰ ਵੀ ਮੇਰਾ ਮਾਵਾਂ ਦੇ ਵਰਗਾ ਆ ਐ ਰੱਬਾ। ਮੈਂ ਮਾਂ ਦੇ ਪੇਟ ਦੇ ਵਿੱਚ ਰਹਿ ਕੇ ਜਨਮ ਲਿਆ, ਪਰ ਭੇਜਿਆ ਤੇ ਤੂੰ ਹੀ ਨਾ ਮੈਨੂੰ ਮਾਂ ਦੇ ਪੇਟ ਦੇ ਵਿੱਚ, ਕਿਸੇ ਹੋਰ ਨੇ ਤੇ ਨਹੀਂ ਭੇਜਿਆ। ਰਾਮ ਮਈਆ ਹਉ ਬਾਰਿਕ ਤੇਰਾ, ਕਾਹੇ ਨਾ ਖੰਡਸ ਅਵਗਣ ਮੇਰਾ। ਮੇਰੇ ਅਵਗਣਾਂ ਨੂੰ ਦੂਰ ਕਰ ਦੇ, ਮੈਂ ਵੀ ਤੇਰਾ ਬੱਚਾ ਵਾਂ।
ਮੇਰੀ ਮਾਂ ਵਾਲਾ ਸੁਭਾਅ ਤੂੰ ਵੀ ਆਪਣੇ ਕੋਲੇ ਲੈ ਲੈ। ਮਾਲਕ ਨੂੰ ਬੇਨਤੀ ਕਰਦੇ ਆ। ਇਉਂ ਸਾਧ ਸੰਗਤ ਜੀ, ਮਾਂ ਦੀ ਇੱਕ ਐਸੀ ਮਹਾਨ ਪਦਵੀ ਹੁੰਦੀ ਹੈ। ਸਤਿਗੁਰੂ ਪਾਤਸ਼ਾਹ ਮਹਾਰਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਵੀ ਮਾਤਾ ਕੇ ਉਦਰ ਮਹਿ ਪ੍ਰਤਿਪਾਲ ਕਰੇ ਸੋ ਕਿਉ ਮਨਹੁ ਵਿਸਾਰੀਐ। ਐ ਭਾਈ ਲੋਕੋ, ਮਾਂ ਦੇ ਪੇਟ ਦੇ ਵਿੱਚ ਜਿਹੜਾ ਅਕਾਲ ਪੁਰਖ ਵਾਹਿਗੁਰੂ ਜਿਹੜਾ ਸਾਡੀ ਪ੍ਰਤਿਪਾਲਣਾ ਕਰਦਾ, ਸਾਨੂੰ ਪਾਲ ਰਿਹਾ ਹੈ। ਕਿਉਂਕਿ ਮਾਂ ਦੇ ਪੇਟ ਦੇ ਵਿੱਚ ਜਠਰ ਅਗਨ ਦੇ ਵਿੱਚ ਸਾਨੂੰ ਉਸ ਮਾਲਕ ਨੇ ਪਾਲਿਆ, ਮਾਲਕ ਨੇ ਸਾਂਭਿਆ। ਮਾਤਾ ਕੇ ਉਦਰ ਮਹਿ ਪ੍ਰਤਿਪਾਲ ਕਰੇ, ਉਦਰ ਪੇਟ ਨੂੰ ਕਹਿੰਦੇ ਹੈ। ਮਾਤਾ ਦੇ ਪੇਟ ਦੇ ਵਿੱਚ ਉਹ ਸਾਡੀ ਪ੍ਰਤਿਪਾਲਣਾ ਕਰਦਾ ਹੈ। ਮਹਾਰਾਜ ਜੀ ਕਹਿੰਦੇ ਵੀ ਸੋ ਕਿਉਂ ਮਨਹੁ ਵਿਸਾਰੀਐ, ਉਸ ਰੱਬ ਨੂੰ ਮਨ ਤੋਂ ਕਿਉਂ ਵਿਸਾਰਦਾ? ਮਨਹੁ ਕਿਉਂ ਵਿਸਾਰੀਐ ਏਵੜ ਦਾਤਾ, ਜੇ ਅਗਨ ਮਹਿ ਆਹਾਰ ਪਹੁੰਚਾਵੇ। ਐਸੇ ਦਾਤੇ ਨੂੰ ਮਨ ਤੋਂ ਕਿਉਂ ਵਿਸਾਰ ਦੇਣਾ, ਜਿਹੜਾ ਸਾਨੂੰ ਮਾਤਾ ਦੇ ਪੇਟ ਦੇ ਵਿੱਚ ਜਠਰ ਅਗਨ ਦੇ ਵਿੱਚ ਵੀ ਆਹਾਰ ਪਹੁੰਚਾਉਂਦਾ ਹੈ, ਭੋਜਨ ਪਹੁੰਚਾਉਂਦਾ ਹੈ। ਉਸ ਨੂੰ ਕਿਹੋ ਪੋਹਿ ਨਾ ਸਕੀ, ਜਿਸ ਨਾਲ ਆਪਣੀ ਲਿਵ ਲਾਵੇ, ਆਪਣੀ ਲਿਵ ਆਪੇ ਲਾਈ, ਗੁਰਮੁਖ ਸਦਾ ਸੰਭਾਲੀਐ। ਕਹੈ ਨਾਨਕ ਏਵੜ ਦਾਤਾ, ਸੋ ਕਿਉ ਮਨਹੁ ਵਿਸਾਰੀਐ। ਐਸੇ ਦਾਤੇ ਨੂੰ ਤੂੰ ਕਿਉਂ ਮਨ ਤੋਂ ਵਿਸਾਰਦਾ ਹੈ? ਕਦੇ ਵੀ ਐਸੇ ਦਾਤੇ ਨੂੰ, ਅਕਾਲ ਪੁਰਖ ਵਾਹਿਗੁਰੂ ਜੀ ਨੂੰ ਮਨ ਤੋਂ ਨਾ ਵਿਸਾਰ, ਭੁੱਲ ਕੇ ਵੀ, ਕਿਉਂਕਿ ਉਹ ਦਾਤਾ ਬਹੁਤ ਵੱਡਾ ਹੈ। ਉਹ ਮਾਂ ਦੇ ਪੇਟ ਦੇ ਵਿੱਚ ਵੀ ਸਾਡੀ ਰਾਖੀ ਕਰ ਰਿਹਾ। ਪਹਿਲਾਂ 10 ਮਹੀਨੇ ਮਾਂ ਦੇ ਪੇਟ ਦੇ ਵਿੱਚ ਰਹਿੰਦਾ ਮਨੁੱਖ। ਕਾਹੇ ਪਈਆ ਫਿਰ ਤੋ ਫੂਲਿਆ ਫੂਲਿਆ, ਜਬ 10 ਮਾਸ ਉਰਦ ਮੁਖ ਰਹਿਤਾ, ਸੋ ਦਿਨ ਕੈਸੇ ਭੂਲਿਆ। ਕਹਿੰਦੇ ਜੀ, ਜਦੋਂ ਮਾਤਾ ਦੇ ਪੇਟ ਦੇ ਵਿੱਚ 10 ਮਹੀਨੇ ਪੁੱਠਾ ਲੰਮ ਕੇ ਆ ਰਿਹਾ, ਉਹ ਦਿਨ ਤੈਨੂੰ ਕਿਵੇਂ ਭੁੱਲ ਗਿਆ? ਤੈਨੂੰ ਉਹ ਦਿਨ ਨਹੀਂ ਸੀ ਭੁੱਲਣੇ ਚਾਹੀਦੇ। ਮਾਤ ਗਰਭ ਮਹਿ ਆਪਨ ਸਿਮਰਨ ਦੇ, ਤਹ ਤੁਮ ਰਾਖਨ ਹਾਰੇ। ਅਨਲ ਅਗਮ ਜੈਸੇ ਲਹਿਰ ਮੈਂ ਉਦਤ, ਤਾਰੋ ਤਾਰਨ ਹਾਰੇ। ਐ ਮੇਰੇ ਵਾਹਿਗੁਰੂ, ਮਾਤਾ ਦੇ ਪੇਟ ਦੇ ਵਿੱਚ ਤੂੰ ਆਪਨ ਸਿਮਰਨ ਦੇ, ਪਰਾ ਬਾਣੀ ਦੇ ਦੁਆਰਾ ਇਸ ਮਨੁੱਖ ਨੂੰ ਤੂੰ ਆਪਣਾ ਸਿਮਰਨ ਦੇਣਾ ਹੈ। ਤੇ ਮਾਂ ਦੇ ਪੇਟ ਦੇ ਵਿੱਚ ਇਹ ਮਨੁੱਖ ਤੇਰਾ ਸਿਮਰਨ ਜਪਦਾ ਆ, ਤੇਰਾ ਨਾਮ ਜਪਦਾ, ਤੇਰੀ ਬੰਦਗੀ ਕਰਦਾ ਹੈ। ਤਹਿ ਤੁਮ ਰਾਖਨ ਹਾਰੇ, ਤੇ ਇਹ ਵਾਹਿਗੁਰੂ ਜੀ ਉੱਥੇ ਤੁਸੀਂ ਰਖਵਾਲੇ ਹੋ, ਰਾਖੀ ਕਰਨ ਵਾਲੇ ਹੋ। ਮਾਂ ਦੇ ਪੇਟ ਦੇ ਵਿੱਚ ਜਠਰ ਅਗਨ ਤੋਂ ਤੁਸੀਂ ਬਚਾਉਂਦੇ ਹੋ। ਤੇ ਮਾਂ ਇੰਨਾ ਦਰਦ ਸਹਾਰਦੀ ਹੈ। ਪਹਿਲਾਂ 10 ਮਹੀਨੇ ਪੇਟ ਦੇ ਵਿੱਚ ਹੰਡਾਉਂਦੀ ਹੈ, ਫਿਰ ਜਣੇਪੇ ਦੀ ਪੀੜ ਸਹਾਰਦੀ ਹੈ। ਇਸ ਜਹਾਨ ਦੇ ਵਿੱਚ ਸਾਨੂੰ ਇਹ ਦੁਨੀਆ ਵਿਖਾਉਣ ਦੇ ਲਈ ਪਾਤਸ਼ਾਹ ਜੀ ਕਹਿੰਦੇ ਮਾਂ ਦਾ ਪਿਆਰ ਬੜਾ ਅਣਮੁੱਲਾ ਹੈ। ਤੇ ਜਦੋਂ ਸਾਧ ਸੰਗਤ ਜੀ ਐਸੀ ਮਾਂ ਦਾ ਪਿਆਰ ਸਾਡੇ ਤੋਂ ਦੂਰ ਹੋ ਜਾਵੇ, ਉਹਦਾ ਦੁਲਾਰ ਦੂਰ ਹੋ ਜਾਵੇ, ਉਹਦੀ ਆਵਾਜ਼ ਕੰਨਾਂ ਵਿੱਚ ਪੈਣ ਤੋਂ ਸਦਾ ਲਈ ਦੂਰ ਹੋ ਜਾਵੇ, ਪਤਾ ਵੀ ਮਾਂ ਨੇ ਹੁਣ ਵਾਪਸ ਨਹੀਂ ਆਉਣਾ। ਇਹੋ ਜਿਹੇ ਵਿਛੋੜੇ ਦੇ ਸਮੇਂ ਦੇ ਵਿੱਚ ਜਦੋਂ ਐਸਾ ਵਿਛੋੜਾ ਹਿਰਦੇ ਦੇ ਵਿੱਚ ਵਸ ਜਾਵੇ, ਉਹ ਵੀ ਸਹਾਰਨਾ ਬੜਾ ਔਖਾ ਹੈ। ਮਹਾਰਾਜ ਜੀ ਕਹਿੰਦੇ ਵੀ ਵੇਖ ਭਲਿਆ, ਜਦੋਂ ਇਹੋ ਜਿਹਾ ਵਿਛੋੜੇ ਦਾ ਸਮਾਂ ਆ ਜਾਵੇ ਨਾ, ਇੱਕ ਕੰਮ ਕਰਿਆ ਕਰ, ਦੋਵੇਂ ਹੱਥ ਜੋੜ ਕੇ ਤੇ ਆਪਣੇ ਗੁਰੂ ਦੇ ਕੋਲੇ ਆ ਜਾਇਆ ਕਰ। ਦੋਵੇਂ ਹੱਥ ਜੋੜ ਕੇ ਆਪਣੇ ਗੁਰੂ ਦੇ ਕੋਲੇ ਆ ਜਾ ਤੇ ਗੁਰੂ ਦੇ ਕੋਲੇ ਅਰਦਾਸ ਕਰਿਆ ਕਰਕੇ, ਐ ਮਾਲਕ ਜੀ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈ, ਤਾਂ ਪਾਉ ਕਿਹਾ ਕਾੜਾ ਜੀਓ। ਮਾਲਕ ਜੀ, ਤੂੰ ਹੀ ਮੇਰਾ ਮਾਤਾ, ਤੂੰ ਹੀ ਮੇਰਾ ਪਿਤਾ ਹੈ,
ਸਭ ਕੁਝ ਤੂੰ ਹੈ। ਤੇ ਜਦੋਂ ਮਨ ਦੇ ਵਿੱਚ ਇਹ ਪ੍ਰੇਮ ਆ ਗਿਆ ਕਿ ਮੇਰਾ ਤੇ ਮਾਂ ਪਿਓ ਹੈ ਹੀ ਰੱਬ ਹੈ, ਮੇਰਾ ਮਾਂ ਵੀ ਮੇਰਾ ਪਿਓ ਵੀ ਹੈ ਹੀ ਉਹ ਮਾਲਕ ਅਕਾਲ ਪੁਰਖ ਵਾਹਿਗੁਰੂ ਹੈ, ਤੇ ਵਿਛੋੜੇ ਦਾ ਦਰਦ ਘਟ ਜਾਵੇਗਾ। ਵਿਛੋੜੇ ਦਾ ਦਰਦ ਜਿਵੇਂ ਅਲੜੇ ਫੱਟ ਦੇ ਉੱਤੇ ਕੋਈ ਹਲਦੀ ਲਾ ਦੇਵੇ, ਦਵਾਈ ਲਾ ਦੇਵੇ, ਪੱਟੀ ਕਰ ਦੇਵੇ, ਮੱਲਮ ਪੱਟੀ ਕਰ ਦੇਵੇ, ਇੱਕ ਠੰਡ ਮਹਿਸੂਸ ਹੋਵੇਗੀ, ਕਿਉਂਕਿ ਪਤਾ ਚੱਲ ਜਾਵੇਗਾ ਵੀ ਜਿਹੜਾ ਵੀ ਇਸ ਜਹਾਨ ਦੇ ਵਿੱਚ ਆਇਆ ਉਹਨੇ ਜਾਣਾ ਜ਼ਰੂਰ ਹੈ। ਜੋ ਵੀ ਇਸ ਜਹਾਨ ਦੇ ਵਿੱਚ ਆਇਆ, ਮਾਂ ਨੇ ਵੀ ਜਾਣਾ ਹੈ, ਪਿਓ ਨੇ ਵੀ ਜਾਣਾ, ਭੈਣ ਭਰਾਵਾਂ ਨੇ ਵੀ ਜਾਣਾ, ਸਕੇ ਸੰਬੰਧੀਆਂ ਨੇ ਵੀ ਜਾਣਾ, ਕਿਉਂਕਿ ਜੋ ਆਇਆ ਸੋ ਚੱਲ ਸੀ, ਸਭ ਕੋਈ ਆਈ ਵਾਰੀ ਹੈ। ਜਿਹੜਾ ਵੀ ਆਇਆ ਸਾਧ ਸੰਗਤ ਜੀ ਉਹਨੇ ਜਾਣਾ ਜ਼ਰੂਰ ਹੈ। ਮਹਾਰਾਜ ਕਹਿੰਦੇ ਸਭ ਕੋਈ ਆਈ ਵਾਰੀ ਹੈ। ਵਾਰੀ ਆਪੋ ਆਪਣੀ ਕੋਏ ਨਾ ਬੰਧੈ ਧੀਰ, ਰਾਣਾ ਰਾਓ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ। ਵਾਰੀ ਆਪੋ ਆਪਣੀ ਕੋਏ ਨਾ ਬੰਧੈ ਧੀਰ। ਪਾਤਸ਼ਾਹ ਜੀ ਕਹਿੰਦੇ ਕਿਸੇ ਨੇ ਵੀ ਤੁਹਾਨੂੰ ਧੀਰਜ ਨਹੀਂ ਜੇ ਦੇਣਾ, ਕਿਸੇ ਨੇ ਧੀਰਜ ਨਹੀਂ ਦੇਣਾ ਵੀ ਚੱਲ ਕੋਈ ਨਾ ਤੂੰ ਅੱਜ ਰਹਿਣ ਦੇ, ਕੱਲ੍ਹ ਨੂੰ ਚਲਿਆ ਜਾਈ। ਇਉਂ ਨਹੀਂ ਕਹਿਣਾ ਕਿਸੇ ਨੇ ਵੀ। ਕਿਸੇ ਨੇ ਵੀ ਇਹ ਗੱਲ ਨਹੀਂ ਕਹਿਣੀ ਵੀ ਕੋਈ ਨਾ 10 ਕੁ ਦਿਨਾਂ ਨੂੰ ਰੁਕ ਕੇ ਚਲਿਆ ਜਾਈ, ਅੱਜ ਕਿਹੜੀ ਕਾਹਲੀ ਹੈ। ਜਦੋਂ ਵਾਰੀ ਆ ਗਈ ਤੇ ਉਦੋਂ ਫਿਰ ਜਾਣਾ ਹੀ ਪੈਣਾ ਹੈ। ਪਾਤਸ਼ਾਹ ਜੀ ਕਹਿੰਦੇ ਰਾਣਾ ਰਾਓ ਨਾ ਕੋਰ ਹੈ, ਰੰਗ ਨਾ ਤੁੰਗ ਫਕੀਰ। ਨਾ ਤੇ ਇਸ ਜਹਾਨ ਦੇ ਵਿੱਚ ਰਾਜਾ ਰਿਹਾ ਕੋਈ, ਨਾ ਕੋਈ ਭਿਖਾਰੀ ਰਿਹਾ, ਨਾ ਕੋਈ ਫਕੀਰ ਰਿਹਾ, ਤੇ ਨਾ ਹੀ ਕੋਈ ਉੱਚ ਬਾਦਸ਼ਾਹ ਰਿਹਾ। ਇੱਥੇ ਤੇ ਭਾਈ ਵਾਰੀ ਆਪੋ ਆਪਣੀ, ਆਪਣੀ ਆਪਣੀ ਵਾਰੀ ਦੇ ਅਨੁਸਾਰ ਸਾਰਿਆਂ ਨੇ ਚਲੇ ਜਾਣਾ ਹੈ। ਉਦੋਂ ਫਿਰ ਗੁਰੂ ਦੇ ਕੋਲੇ ਬੈਠ ਕੇ ਇਹ ਗੱਲ ਸਮਝ ਆ ਜਾਵੇਗੀ ਕਿ ਗੁਰਦੇਵ ਮਾਤਾ, ਗੁਰਦੇਵ ਪਿਤਾ, ਗੁਰਦੇਵ ਸਵਾਮੀ ਪਰਮੇਸ਼ਰਾ, ਗੁਰਦੇਵ ਸਖਾ ਅਗਿਆਨ ਭੰਜਨ, ਗੁਰਦੇਵ ਬੰਧਪ ਸਹੋਦਰਾ। ਗੁਰੂ ਹੀ ਮਾਂ ਹੈ, ਗੁਰੂ ਹੀ ਪਿਓ ਹੈ, ਕਿਉਂਕਿ ਗੁਰੂ ਨੇ ਕਦੇ ਮਰਨਾ ਨਹੀਂ, ਗੁਰੂ ਨੇ ਕਦੇ ਇਸ ਦੁਨੀਆ ਤੋਂ ਜਾਣਾ ਨਹੀਂ। ਆਪਾਂ ਗੁਰਦੁਆਰੇ ਜਦੋਂ ਵੀ ਆਉਂਦੇ ਹਾਂ, ਗੁਰੂ ਦੇ ਦਰ 'ਤੇ ਜਦੋਂ ਵੀ ਆਉਂਦੇ ਹਾਂ, ਸਿਰ ਢੱਕ ਕੇ ਆਉਂਦੇ ਹਾਂ। ਇਹਦਾ ਮੀਨਿੰਗ ਕੀ ਹੈ, ਇਹਦਾ ਮਤਲਬ ਕੀ ਹੈ? ਸਿਰ ਥੋੜ੍ਹਾ ਜਿਹਾ ਵੀ ਨੰਗਾ ਹੋ ਜਾਵੇ, ਸਿਰ ਦੇ ਉੱਤੋਂ ਚੁੰਨੀ ਦੂਰ ਹੋ ਜਾਵੇ, ਸਿਰ 'ਤੇ ਦਸਤਾਰ ਨਾ ਹੋਵੇ, ਤੇ ਸਾਨੂੰ ਟੋਕਿਆ ਜਾਂਦਾ ਭਾਈ ਗੁਰਦੁਆਰੇ ਸਿਰ ਢੱਕ ਕੇ ਆਓ। ਸਿਰ ਢੱਕਣ ਦਾ ਮਤਲਬ ਹੀ ਇਹ ਹੈ। ਇੱਕ ਤਾਂ ਕੇਸ਼ ਗੁਰੂ ਦੀ ਦਿੱਤੀ ਹੋਈ ਮੋਹਰ ਹੈ, ਖਜ਼ਾਨਾ ਹੈ, ਤੇ ਖਜ਼ਾਨੇ ਨੂੰ ਕਦੇ ਖੁੱਲ੍ਹਾ ਨਹੀਂ ਜੇ ਰੱਖਿਆ ਜਾਂਦਾ। ਧਿਆਨ ਦਿਓ, ਖਜ਼ਾਨੇ ਨੂੰ ਹਮੇਸ਼ਾ ਢਕਿਆ ਜਾਂਦਾ ਹੈ। ਦੂਜੀ ਗੱਲ ਸਾਧ ਸੰਗਤ ਜੀ, ਕੇਸ ਸਿਰ ਢਕਣਾ ਇਹ ਪੁਰਾਤਨ ਮਾਤਾਵਾਂ ਨੂੰ ਪਤਾ ਹੋਵੇਗਾ, ਬਜ਼ੁਰਗ ਮਾਤਾਵਾਂ ਨੂੰ ਪਤਾ ਹੋਵੇ। ਜਦੋਂ ਕਿਸੇ ਬੀਬੀ ਦੇ ਸਿਰ ਤੋਂ ਚੁੰਨੀ ਲੈ ਜਾਂਦੀ ਸੀ ਨਾ, ਤੇ ਬੀਬੀਆਂ ਕਹਿੰਦੀਆਂ ਹੋਈਆਂ ਸੀ ਨਹੀਂ ਭੈਣੇ ਸਿਰ ਢੱਕ, ਅਪਸ਼ਗਨ ਮੰਨਿਆ ਜਾਂਦਾ ਸੀ ਬਹੁਤ ਵੱਡਾ। ਕਿਉਂਕਿ ਜਿਹਦੀ ਬੀਬੀ ਦੇ ਸਿਰ ਦੇ ਉੱਤੋਂ ਚੁੰਨੀ ਲੈ ਜਾਂਦੀ ਹੁੰਦੀ ਸੀ ਨਾ, ਉਹਦੀ ਇਹ ਪਛਾਣ ਹੋਇਆ ਕਰਦੀ ਸੀ ਵੀ ਇਹਦਾ ਕੋਈ ਭਰਾ ਜਾਂ ਇਹਦਾ ਕੋਈ ਪਤੀ, ਇਹਦਾ ਕੋਈ ਪਿਓ ਚੜ੍ਹਾਈ ਕਰ ਗਿਆ, ਇਹਦੇ ਸਿਰ ਤੋਂ ਸਾਇਆ ਉੱਠ ਗਿਆ, ਇਹਦੇ ਸਿਰ ਤੋਂ ਆਸਰਾ ਉੱਠ ਗਿਆ, ਕੋਈ ਆਸਰਾ ਨਹੀਂ ਰਿਹਾ ਇਹਦਾ। ਤੇ ਸਿਰ ਤੋਂ ਚੁੰਨੀ ਲਾ ਕੇ ਤੇ ਰੋਇਆ ਕਰਨਾ ਉਹਨੇ, ਸਿਰਫ ਇਸ ਵਿਰਾਗ ਦੇ ਵਿੱਚ, ਸ਼ੋਕ ਦੇ ਵਿੱਚ। ਇਹ ਪਛਾਣ ਹੋਇਆ ਕਰਦੀ ਸੀ। ਤੇ ਜਦੋਂ ਗੁਰੂ ਦੇ ਦਰ 'ਤੇ ਆਪਾਂ ਆਉਂਦੇ ਹਾਂ ਤੇ ਸਿਰ ਢੱਕ ਕੇ ਆਉਂਦੇ ਹਾਂ, ਭਾਵੇਂ ਸਾਡਾ ਕੋਈ ਭੈਣ ਭਰਾ ਹੋਵੇ ਜਾਂ ਨਾ ਹੋਵੇ, ਮਾਂ ਪਿਓ ਹੋਵੇ ਜਾਂ ਨਾ ਹੋਵੇ, ਭਾਵੇਂ ਸਾਰੇ ਹੋਣ ਤੇ ਭਾਵੇਂ ਸਾਰੇ ਨਾ ਹੋਣ, ਪਰ ਗੁਰੂ ਦੇ ਦਰ 'ਤੇ ਸਾਰਿਆਂ ਨੇ ਸਿਰ ਢੱਕ ਕੇ ਹੀ ਆਉਣਾ ਹੈ। ਇਹਦਾ ਮਤਲਬ ਕੀ ਹੈ? ਕਿਉਂਕਿ ਗੁਰਦੇਵ ਮਾਤਾ,
ਗੁਰਦੇਵ ਪਿਤਾ ਗੁਰਦੇਵ स्वामी परमेश्वरा। दुनिया के माँ प्यो ते सिर का साया साडे सिर तो उठ सकता है, पर गुरु का साया कदे सिर तो नहीं उठ सकता, साडे सिर तो नहीं उठ सकता। दुनिया के माँ प्यो भैन भरा सके संबंधी इन्हां दा आसरा, इन्हां दा प्रवासा, इन्हां दा तरवासा साध संगत जी साडे सिर तो उठ सकता है, पर उस अकाल पुरख वाहिगुरु जी का ते गुरु परमेश्वर अकाल पुरख वाहिगुरु जी का कदे भी आसरा साडे सिर तो नहीं जे उठ सकता। ये मालक का सब तो वड्डा आसरा। इस करके आपां गुरु के दर ते शीश झुका के आउने आ, सिर ढक के आउने आ। मर्यादा दे विच पातशाह जी लिखते भी बीबियां भी दस्तारां सजाउण, जे दस्तार नहीं सजाई जाती तो फिर घट्टों घट अद्धे मत्थे तक चुन्नी होनी चाहिए है। बीबियां दे सिर ते अद्धे मत्थे तक चुन्नी होवे ते फिर गुरु दे दर ते मेरे दर्शन करन दे लई पहुँचना। भाइयां दे सिर ते पग होवे, दस्तार होवे, मूँह ते सोहना दाड़ा प्रकाश होवे, सिर ते केश होना, ये गुरु का दिता होया एक अनमोल खजाना है, सिੱਖੀ ਦਾ विरसा है। तो जदों आपां गुरु के इस महान विरसे के नाल जुड़े ना, तो चेते रखियो भाई तारू सिंह ने खोपड़ी लवा ली, क्योंकि शरीर के नाल फिर प्यार नहीं ना रहा, प्यार फिर गुरु के नाल पै गया। 72 किलियां का मालक सी भाई तारू, 24 सालों की उम्र सी जदों खोपड़ी लवाई गई। अजकल तो 16-17 सालों तो ही नशा करना शुरू कर देंगे, भी पता नहीं असी किड्डा क वड्डा मारका मार लिया, भी बड़ी सानू जवानी चढ़ी है, नशा करन लग जाओ, यारां बेलियां दे नाल मोटरसाइकिलों ते गेड़ियां मारन लग जाओ, लड़ाइयां झगड़े करन लग जाओ, गैंगवार करन लग जाओ। 24 सालां दा भाई तारू सिंह खोपड़ी लवा लैंदा है, की नहीं सी उहदे कोले। 72 किले पैड़ी होवे अज दे बंदे कोले किसे कोले, ते वो ते मैं कहना पिंड च ना किसी नूं बोलन देवे अपने अगे। गौर करियो, क्योंकि जमीनां जायदादां दा सानू हंकार आ गया ना साध संगत जी। पातशाह जी कहंदे तेरे हाल पता किहो जे होए पे है। 12 बरस बालपन बीते, गौर करियो सारे। कहंदे 12 साल तो तेरे बच्चे पुणे दे विच बतीत हो गए, 12 साल तेरे बच्चे पुणे विच ही बतीत हो गए। माँ प्यो ने सोचा भी नहीं जी बच्चा न्याणा है हाले, कुछ ना कहो इनू, जो मंगदा है इहदियां इच्छा पूरियां करदे रहो। 12 बरस बालपन बीते, जदों 12 सालों तो बाद विच इहदे विच कुछ सियाणप आउण लग पई, कुछ गुण कुछ अवगुण, दुनिया का चंगा माड़ा आप जानन पछानन जोगा हो गया। कहंदे 20 बरस कछ तप ना कियो, 20 सालां तक 8 साल इन्हें किशोर अवस्था की जवानी दे विच लंघा दिते, उं ही लंघा दिते। फिर कहंदे भी 30 बरस कछ देव ना पूजा, फिर पछताना बिरध पयो, मेरी मेरी करते जन्म गयो, सायर सोख भुजंग बलयो। सायर कहंदे समुंदर नूं, सोख सुक गया। किहड़ा समुंदर सुक गया? ये शरीर रूपी समुंदर सुक गया तेरा। भुजंग बलयो, भुजंग कहंदे बाहां नूं, शरीर रूपी समुंदर सुक गया। ते ये बाहां जिहड़ियां ने तेरे रिश्तेदारां ने एक दिन बाल दित्तियां, जिहड़ियां बाहां ते तेरे डौले फड़कदे सी ना जवानी दे वेले पुत्त, ये बाहां तेरे रिश्तेदारां ने लकड़ां दे विच बाल दित्तियां, उठियां नहीं तेरियां बाहां दोबारा। ते पहले प्यार लगा थण दुध, दूजे माए बाप की सुध, तीजे भैया भाभी बेब, चौथे प्यार उपन्नी खेड, पंजवें खान पीण की तात, छेवें काम ना पुछे जात,
सतवै संज किया कारवास। अठवां क्रोध हुआ तन नास। नावै धौले उबे साह, गए से गीत पुकारी ताह। आया गया मोया नाव, पिछे पत्तल सदेहो काव। नानक मनमुख अंध प्यार, बाज गुरु डुब्बा संसार। महाराज कहते पहला प्यार ਇਹਦਾ ਦੁੱਧ ਦੇ ਨਾਲ ਲੱਗਿਆ। ਮਾਂ ਦੇ ਦੁੱਧ ਤੋਂ ਬਗੈਰ ਰਹਿੰਦਾ ਨਹੀਂ, ਰੌਣ ਲੱਗ ਜਾਂਦਾ ਹੈ। ਧਿਆਨ ਦਿਓ ਸਾਧ ਸੰਗਤ ਜੀ, ਪਹਿਲਾ ਪਿਆਰ ਇਹਦਾ ਮਾਂ ਦੇ ਦੁੱਧ ਦੇ ਨਾਲ ਲੱਗਿਆ। ਪਹਿਲੇ ਪਿਆਰ ਲੱਗਾ ਥਣ ਦੁੱਧ। ਥੋੜਾ ਜਿਹਾ ਹੋਰ ਵੱਡਾ ਹੋਇਆ, ਕਹਿੰਦੇ ਜੀ ਦੂਜੇ ਮਾਏ ਬਾਪ ਕੀ ਸੁੱਧ। ਇਹਨੂੰ ਮਾਂ ਪਿਓ ਕਹਿਣਾ ਆ ਗਿਆ। ਮਾਂ ਦੇ ਕੋਲੇ ਜਾਂਦਾ, ਪਿਓ ਦੇ ਕੋਲੇ ਜਾਂਦਾ ਹੈ। ਤੀਜੇ ਭਈਆ ਭਾਬੀ ਬੇਬ, ਚੌਥਾ ਜਿਹਾ ਹੋਰ ਵੱਡਾ ਹੋ ਗਿਆ ਤੀਜੀ ਅਵਸਥਾ ਦੇ ਵਿੱਚ। ਥੋੜਾ ਜਿਹਾ ਹੋਰ ਕੀ ਵੱਡਾ ਹੋਇਆ, ਭਰਾ ਭਰਜਾਈ ਭੂਆ ਫੁੱਫੜ, ਇਹ ਰਿਸ਼ਤੇਦਾਰੀਆਂ ਇਹਨੂੰ ਪਤਾ ਚੱਲਣ ਲੱਗ ਪਈਆਂ। ਰਿਸ਼ਤੇਦਾਰੀਆਂ ਵਿੱਚ ਭੇਜਣ ਲੱਗ ਪਏ ਮਾਂ ਪਿਓ। ਹੁਣ ਮਾਂ ਪਿਓ ਤੋਂ ਬਗੈਰ ਰਹਿ ਜਾਂਦਾ ਹੈ, ਮਾਂ ਦੇ ਦੁੱਧ ਤੋਂ ਬਗੈਰ ਰਹਿ ਜਾਂਦਾ ਹੈ। ਹੁਣ ਰਿਸ਼ਤੇਦਾਰੀਆਂ ਦੇ ਵਿੱਚ ਇਹਨੂੰ ਚਸਕਾ ਲੱਗ ਗਿਆ ਵੀ ਮੈਂ ਮਾਮੇ ਦੇ ਜਾਵਾਂ, ਮੈਂ ਭੂਆ ਦੇ ਜਾਵਾਂ, ਮੈਂ ਉੱਥੇ ਜਾਵਾਂ, ਮੈਂ ਇੱਥੇ ਜਾਵਾਂ। ਜਿਵੇਂ ਜਿਵੇਂ ਵੱਡਾ ਹੁੰਦਾ ਗਿਆ ਨਾ, ਮਹਾਰਾਜ ਕਹਿੰਦੇ ਤੀਜਾ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ। ਥੋੜਾ ਜਿਹਾ ਹੋਰ ਵੱਡਾ ਹੋਇਆ, ਚੌਥੀ ਅਵਸਥਾ ਦੇ ਵਿੱਚ ਪਹੁੰਚਿਆ, ਕਹਿੰਦੇ ਹੁਣ ਖੇਡਾਂ ਵਿੱਚ ਪਿਆਰ ਕਰਦਾ ਹੈ। ਇਹਨੂੰ ਕੁਝ ਨਾ ਕੁਝ ਖੇਡਣ ਲਈ ਚਾਹੀਦਾ, ਕਿਉਂਕਿ ਨਵਾਂ ਨਵਾਂ ਖੂਨ ਹੈ, ਇਹ ਹਲੇ ਉਬਾਲੇ ਖਾਂਦਾ, ਖੇਡਣ ਨੂੰ ਚਾਹੀਦਾ ਭਾਈ ਇਹਨੂੰ। ਫਿਰ ਕਹਿੰਦੇ ਵੀ ਹੁਣ ਵੱਡਾ ਹੋਰ ਹੋਇਆ ਥੋੜਾ ਜਿਹਾ, ਪੰਜਵੇਂ ਖਾਣ ਪੀਣ ਕੀ ਤਾਤ। ਪੰਜਵੀਂ ਅਵਸਥਾ ਵਿੱਚ ਪਹੁੰਚਿਆ ਸਾਧ ਸੰਗਤ ਜੀ, ਇਹਨੂੰ ਖਾਣ ਪੀਣ ਦੀ ਤਾਤ ਲੱਗ ਗਈ। ਮੈਂ ਇਹ ਨਹੀਂ ਖਾਣਾ, ਮੈਨੂੰ ਇਹ ਚਾਹੀਦਾ ਹੈ। ਮਾਂ ਨੂੰ ਵੀ ਆਪਣੀ ਨੂੰ ਉੱਚੀ ਉੱਚੀ ਬੋਲ ਪੈਂਦਾ, ਮਾਂ ਮੈਨੂੰ ਇਹ ਨਹੀਂ ਚਾਹੀਦਾ, ਮੈਨੂੰ ਉਹ ਬਣਾ ਕੇ ਦੇ, ਮੈਨੂੰ ਇਹ ਨਹੀਂ ਪਸੰਦ, ਮੈਨੂੰ ਉਹ ਪਸੰਦ ਹੈ। ਕਹਿੰਦੇ ਛੇਵੇਂ ਕਾਮ ਨਾ ਪੁੱਛੇ ਜਾਤ। ਛੇਵੀਂ ਅਵਸਥਾ ਵਿੱਚ ਪਹੁੰਚਿਆ, ਜਵਾਨੀ ਸਿਰ ਤੇ ਚੜੀ ਹੈ। ਕਹਿੰਦੇ ਕਾਮ ਇਹਦੇ ਸਿਰ ਤੇ ਮੰਡਰਾਉਣ ਲੱਗ ਜਾਂਦਾ, ਤੇ ਜਾਤ ਨਹੀਂ ਪੁੱਛਦਾ ਹੈ ਕੋਈ ਵੀ। ਪਰਾਈਆਂ ਮਾਵਾਂ ਧੀਆਂ ਭੈਣਾਂ ਨੂੰ ਮਾੜੀ ਨਜ਼ਰ ਦੇ ਨਾਲ ਵੇਖਣ ਲੱਗ ਜਾਂਦਾ ਹੈ। ਮੇਰੇ ਮਾਲਕ ਗੁਰੂ ਗ੍ਰੰਥ ਸਾਹਿਬ ਜੀ ਨੇ ਸਭ ਕੁਝ ਲਿਖਿਆ, ਕੁਝ ਨਹੀਂ ਛੱਡਿਆ। ਕਿਹੜੇ ਕਿਹੜੇ ਸਮੁੰਦਰ ਦੇ ਰਸਤੇ ਦੇ ਵਿੱਚੋਂ ਆਪਾਂ ਲੰਘ ਕੇ ਜਾਂਦੇ ਆ ਨਾ, ਬਚਪਨ ਤੋਂ ਲੈ ਕੇ ਤੇ ਮਰਨ ਤੱਕ, ਮਾਂ ਦੇ ਪੇਟ ਤੋਂ ਲੈ ਕੇ ਤੇ ਸ਼ਮਸ਼ਾਨ ਘਾਟ ਤੱਕ ਦਾ ਸਫ਼ਰ ਮਹਾਰਾਜ ਨੇ ਸਾਰਾ ਬਿਆਨ ਕੀਤਾ। ਫਿਰ ਕਹਿੰਦੇ ਛੇਵੇਂ ਕਾਮ ਨਾ ਪੁੱਛਿਆ ਜਾਤ। ਛੇਵੀਂ ਅਵਸਥਾ ਵਿੱਚ ਪਹੁੰਚਿਆ, ਹੇ ਕਾਮੰ ਨਰਕ ਬਿਸਰਾਮੰ, ਬਹੁ ਜੋਨੀ ਪ੍ਰਮਾਵਣ ਹੈ। ਨਿਮਖ ਕਾਮ ਸਵਾਦ ਕਾਰਨ, ਕੋਟ ਦਿਨਸ ਦੁੱਖ ਪਾਵੈ। ਇੱਕ ਨਿਮਖ ਦੇ ਕਾਮ ਦੇ ਸਵਾਦ ਦੇ ਕਰਕੇ ਕਰੋੜਾਂ ਦੇ ਨੇ ਦੁੱਖ ਪਾਉਂਦਾ ਹੈ। ਫਿਰ ਕਹਿੰਦੇ ਵੀ ਮਾਂ ਪਿਓ ਨੇ ਜਦੋਂ ਇਹਦੇ ਲੱਛਣ ਜੇ ਵੇਖੇ ਕਿ ਇਹ ਦੁਨੀਆ ਦੀ ਰੀਤ ਤੋਂ ਤੇ ਮਾਲਕ ਦੀ ਰੀਤ ਤੋਂ ਪਰੇ ਹੋ ਰਿਹਾ, ਤੇ ਇਹਦਾ ਵਿਆਹ ਕਰਾਤਾ, ਘਰ ਵਸ ਗਿਆ। ਛੇਵੀਂ ਅਵਸਥਾ ਦੇ ਵਿੱਚ ਵਿਗੜ ਰਿਹਾ ਸੀ, ਮਾਂ ਪਿਓ ਨੇ ਵਿਆਹ ਕਰਵਾ ਦਿੱਤਾ। ਸਤਵੈ ਸੰਜ ਕੀਆ ਘਰ ਵਾਸ, ਘਰ ਵਾਲਾ ਬਣ ਗਿਆ, ਬੱਚੇ ਹੋ ਗਏ। ਫਿਰ ਮਹਾਰਾਜ ਕਹਿੰਦੇ ਵੀ ਅਠਵੈ ਕ੍ਰੋਧ ਹੋਆ ਤਨ ਨਾਸ। ਹੁਣ 8ਵੀਂ ਅਵਸਥਾ ਵਿੱਚ ਪਹੁੰਚਿਆ, ਇਹਦੇ ਬੱਚੇ ਹੋ ਗਏ, ਨਿਆਣੇ ਹੋ ਗਏ। ਹੁਣ ਨਿਆਣੇ ਨੂੰ ਬੋਲਣ ਥੋੜਾ ਦਿੰਦੇ ਆ, ਆਪਣੇ ਅੱਗੇ ਜਿੱਦ ਕਰਦੇ ਆ, ਮੈਨੂੰ ਇਹ ਨਹੀਂ ਚਾਹੀਦਾ, ਮੈਨੂੰ ਉਹ ਚਾਹੀਦਾ ਹੈ। ਮੋਢਿਆਂ ਤੇ ਇਹਦੇ ਤੁਰੇ ਫਿਰਦੇ ਨੇ, ਇਹਨੂੰ ਘੋੜਾ ਬਣਾ ਲੈਂਦੇ, ਇਹਦੀ ਪਿੱਠ ਤੇ ਉੱਤੇ ਬਹਿ ਜਾਂਦੇ ਨੇ। ਮੋਹ ਦੇ ਵਿੱਚ ਇੰਨਾ ਗਲਤਾਨ ਹੋ ਗਿਆ ਵੀ ਹੁਣ ਜਵਾਨੀ ਵਾਲਾ ਗੁੱਸਾ ਨਹੀਂ ਰਿਹਾ। ਹੁਣ ਅਠਵੇਂ ਕ੍ਰੋਧ ਹੋਆ ਤਨ ਨਾਸ। ਕ੍ਰੋਧ ਨਹੀਂ ਹੁਣ ਦਿਸ ਰਿਹਾ, ਗੁੱਸਾ ਨਹੀਂ ਦਿਸ ਰਿਹਾ। ਆਪਣੀ ਸੰਤਾਨ ਹੈ, ਉਹਦੇ ਤੇ ਹੱਥ ਵੀ ਨਹੀਂ ਚੁੱਕ ਸਕਦਾ, ਪਾਲਿਆ ਹੈ। ਕਹਿੰਦੇ ਗੁੱਸਾ ਵੀ ਹੁਣ ਫਿੱਕਾ ਪੈ ਗਿਆ ਇਹਦਾ। ਆਪਣੇ ਬੱਚਿਆਂ ਨੂੰ ਪਾਲਦਾ ਪਾਲਦਾ ਹੋਇਆ ਪਤਾ ਕਿੱਥੇ ਤੱਕ ਪਹੁੰਚ ਗਿਆ। ਮਹਾਰਾਜ ਕਹਿੰਦੇ ਨਾਵੈ ਧੌਲੇ ਉੱਭੇ ਸਾਹ, ਨਾਵੈ ਧੌਲੇ ਉੱਭੇ ਸਾਹ। ਧੌਲੇ ਆ ਗਏ ਸਰੀਰ ਤੇ, ਧੌਲੇ ਚਿੱਟੇ ਕੇਸ਼ ਆ ਗਏ ਸਰੀਰ ਤੇ।
ਸਾਹ ਵੀ ਇਹਦੇ ਉਤਾਂ ਨੂੰ ਹੀ ਰਹਿਣ ਲੱਗ ਪਏ, ਪਤਾ ਹੀ ਕੋਈ ਨਹੀਂ ਇਹਦੇ ਸਾਹ ਕਦੋਂ ਚੱਲ ਜਾਣੇ ਆ। ਬਜ਼ੁਰਗ ਹੋ ਗਿਆ ਨਾ ਹੁਣ, ਸਰੀਰ ਤੇ ਚਿੱਟੇ ਕੇਸ਼ ਆ ਗਏ। ਇੱਕ ਦਿਨ ਉਹ ਵੀ ਆ ਗਿਆ ਸਾਧ ਸੰਗਤ ਜੀ। ਮਹਾਰਾਜ ਕਹਿੰਦੇ ਗਏ ਸੇ ਗੀਤ ਪੁਕਾਰੀ ਤਾਹ। ਜਵਾਨੀ ਵੇਲੇ ਤੇ ਬੜੇ ਗੀਤ ਸੁਣਦਾ ਸੀ, ਮੈਂ ਫਲਾਣੇ ਕਲਾਕਾਰ ਦਾ ਫੈਨ ਆ, ਮੈਂ ਉਹਦਾ ਫੈਨ ਆ, ਮੈਂ ਉਹਨੂੰ ਜ਼ਿਆਦਾ ਸੁਣਦਾ, ਮੈਨੂੰ ਉਹ ਜ਼ਿਆਦਾ ਪਸੰਦ ਹੈ। ਜਿਉਂ ਵੇਖੋ ਖੇਤਾਂ ਵਿੱਚ ਟਰੈਕਟਰ ਚਲਾ ਰਿਹਾ ਤੇ ਉੱਥੇ ਵੀ ਗੀਤ ਲਾਏ ਹੋਏ, ਪਿੰਡ ਦੀਆਂ ਗਲੀਆਂ ਦੇ ਵਿੱਚੋਂ ਦੀ ਲੰਘ ਕੇ ਜਾ ਰਿਹਾ ਤੇ ਉੱਥੇ ਵੀ ਗੀਤ ਲਾਏ ਹੋਏ, ਵਿਆਹ ਸ਼ਾਦੀਆਂ ਵਿੱਚ ਜਾ ਰਿਹਾ ਉੱਥੇ ਵੀ ਮਾੜੇ ਤੋਂ ਮਾੜੇ ਗੀਤ ਸੁਣ ਰਿਹਾ। ਮਹਾਰਾਜ ਕਹਿੰਦੇ ਇੱਕ ਦਿਨ ਉਹ ਵੀ ਆ ਗਿਆ। ਇਹ ਲੰਘਦਾ ਲੰਘਦਾ ਹੋਇਆ, ਆਪਣਾ ਸਫ਼ਰ ਪੂਰਾ ਕਰਦਾ ਹੋਇਆ, ਆਪਣੇ ਬੱਚੇ ਪੈਦਾ ਕਰਕੇ ਤੇ ਸਰੀਰ ਤੇ ਜਦੋਂ ਧੌੜੇ ਆ ਗਏ, ਇਹਨੂੰ ਆਪਣੇ ਸਾਹ ਤੋਂ ਵੀ ਹੁਣ ਡਰਨ ਲੱਗ ਪਿਆ ਵੀ ਪਤਾ ਕੋਈ ਨਹੀਂ ਮੇਰੇ ਸਾਹਾਂ ਦੀ ਲੜੀ ਕਦੋਂ ਟੁੱਟ ਜਾਣੀ ਹੈ। ਬਣਿਆ ਕੀ ਵੀ ਗਏ ਸੇ ਗੀਤ ਪੁਕਾਰੀ ਤਾਹ। ਉਹ ਗੀਤ ਚਲੇ ਗਏ ਜਿਹੜੇ ਗੀਤਾਂ ਨੂੰ ਬੜਾ ਸੁਣਦਾ ਹੁੰਦਾ ਸੀ ਨਾ, ਹੁਣ ਉਹ ਗੀਤਾਂ ਨੂੰ ਸੁਣਨ ਨੂੰ ਇਹਦਾ ਮਨ ਨਹੀਂ ਕਰਦਾ। ਜਦੋਂ ਸਰੀਰ ਸਾਧ ਸੰਗਤ ਜੀ ਸਾਥ ਛੱਡ ਗਿਆ, ਹੁਣ ਉਹਦੇ ਘਰ ਦੇ ਵਿੱਚ ਉਹ ਗੀਤ ਨਹੀਂ ਵੱਜ ਰਹੇ ਜਿਹੜੇ ਇਹਦੀ ਜਵਾਨੀ ਦੇ ਵੇਲੇ ਇਹਦੇ ਹੁੰਦਿਆਂ ਵੱਜਦੇ ਸੀ। ਕੀ ਵੱਜ ਰਿਹਾ ਉੱਥੇ? ਪਾਤਸ਼ਾਹ ਕਹਿੰਦੇ ਪੁਕਾਰੀ ਤਾਹ, ਤਾਹਾਂ ਵੱਜ ਰਹੀਆਂ ਨੇ, ਉੱਚੀ ਉੱਚੀ ਤਾਹਾਂ ਵੱਜ ਰਹੀਆਂ। ਇਹਦੀ ਮਾਂ ਰੋ ਰਹੀ ਹੈ, ਇਹਦਾ ਪਿਓ ਰੋ ਰਿਹਾ, ਭੈਣ ਭਰਾ ਰੋ ਰਹੇ ਨੇ। ਜੇ ਮਾਂ ਪਿਓ ਪਹਿਲਾਂ ਚਲੇ ਵੀ ਗਏ ਤੇ ਬਾਕੀ ਸਾਰਾ ਪਿੰਡ ਰੋ ਰਿਹਾ। ਗੌਰ ਕਰਿਓ, ਗਏ ਸੇ ਗੀਤ ਪੁਕਾਰੀ ਤਾਹ, ਤਾਹਾਂ ਵੱਜ ਰਹੀਆਂ ਨੇ ਸਾਧ ਸੰਗਤ ਜੀ। ਕਹਿੰਦੇ ਆਇਆ ਗਿਆ ਮੋਇਆ ਨਾਓ। ਜਿਹੜਾ ਵੀ ਕੋਈ ਬੰਦਾ ਇਹਦੇ ਘਰੇ ਆ ਰਿਹਾ, ਇਹਦਾ ਨਾਂ ਨਹੀਂ ਲੈ ਰਿਹਾ ਕਿ ਫਲਾਣੇ ਨੂੰ ਕਿੱਥੇ ਪਾਇਆ ਹੈ। ਇੱਦਾਂ ਕਹਿੰਦੇ ਵੀ ਸਰੀਰ ਕਿੱਥੇ ਹੈ, ਲਾਸ਼ ਕਿੱਥੇ ਹੈ, ਡੈਡ ਬੋਡੀ ਕਿੱਥੇ ਹੈ। ਬਾਦਸ਼ਾਹ ਜੀ ਕਹਿੰਦੇ ਮਰਿਆ ਨਾਮ ਪੈ ਗਿਆ ਤੇਰਾ, ਮਰਿਆ ਹੋਇਆ ਕਿੱਥੇ ਹੈ। ਕੋਈ ਇੱਦਾਂ ਨਹੀਂ ਕਹਿੰਦਾ ਵੀ ਫਲਾਣਾ ਸੋ ਕਿੱਥੇ ਪਾਇਆ ਹੋਇਆ, ਨਹੀਂ। ਆਇਆ ਗਿਆ ਮੋਇਆ ਨਾਓ। ਜਿਹੜਾ ਵੀ ਕੋਈ ਆਉਂਦਾ ਜਾਂਦਾ ਹੈ ਮਿਲਣ ਦੇ ਲਈ, ਅਫਸੋਸ ਕਰਨ ਦੇ ਲਈ, ਬਸ ਇਹੀ ਕਹਿੰਦਾ ਵੀ ਹਾਂ ਭਾਈ ਉਹ ਕਿੱਥੇ, ਲਾਸ਼ ਕਿੱਥੇ ਹੈ, ਡੈਡ ਬੋਡੀ ਕਿੱਥੇ ਹੈ। ਮਾਂ ਪਿਓ ਕੀ ਕਰਦੇ ਨੇ ਜਾਂ ਪਿਛਲੇ ਸੰਬੰਧੀ ਕੀ ਕਰਦੇ ਨੇ ਵੀ ਪਿੱਛੇ ਪੱਤਲ ਸਦੇ ਹੋ ਕਾਵ, ਉਹਦਾ ਭੋਗ ਪੈ ਜਾਂਦਾ, ਅੰਤਿਮ ਅਰਦਾਸ ਹੋ ਜਾਂਦੀ ਹੈ। ਕਾਂ ਵੀ ਇਹਦੇ ਭੋਗ ਦੀਆਂ ਜੂਠੀਆਂ ਪਤਲਾਂ ਨੂੰ ਖਾ ਜਾਂਦੇ ਨੇ, ਉਹਦੇ ਵਿੱਚੋਂ ਬਚੇ ਹੋਏ ਨੇ। ਗੌਰ ਕਰਿਓ ਸਾਰੇ। ਆਇਆ ਗਿਆ ਮੋਇਆ ਨਾਉ, ਪਿੱਛੇ ਪੱਤਲ ਸਦੇ ਹੋ ਕਾਉ। ਮਹਾਰਾਜ ਕਹਿੰਦੇ ਇੱਕ ਗੱਲ ਚੇਤੇ ਰੱਖਿਓ ਵੀ ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੁੱਬਾ ਸੰਸਾਰ। ਦੁਨੀਆ ਅੰਨੀ ਹੋ ਕੇ ਪਿਆਰ ਕਰਦੀ ਹੈ ਦੁਨੀਆ ਨੂੰ, ਧਿਆਨ ਦਿਓ, ਦੁਨੀਆ ਅੰਨੀ ਹੋ ਕੇ ਪਿਆਰ ਕਰਦੀ ਹੈ ਦੁਨੀਆ ਨੂੰ। ਨਾਨਕ ਮਨਮੁਖ ਅੰਧ ਪਿਆਰ, ਅੰਨਾ ਪਿਆਰ ਕਰਦੇ ਹਾਂ ਆਪਾਂ ਇੱਕ ਦੂਜੇ ਨੂੰ ਵੀ। ਨਹੀਂ ਜੀ ਉਹ ਮੇਰੀ ਮਾਂ ਹੈ, ਉਹ ਮੇਰਾ ਪਿਓ ਹੈ, ਉਹ ਭੈਣ ਹੈ, ਉਹ ਭਰਾ ਹੈ, ਉਹ ਸਕੇ ਸੰਬੰਧੀ ਸੱਜਣ ਹੈ। ਮਹਾਰਾਜ ਕਹਿੰਦੇ ਨਾਨਕ ਮਨਮੁਖ ਅੰਧ ਪਿਆਰ, ਬਾਜ ਗੁਰੂ ਡੁੱਬਾ ਸੰਸਾਰ। ਗੁਰੂ ਤੋਂ ਬਗੈਰ ਕਹਿੰਦੇ ਸੰਸਾਰ ਡੁੱਬ ਗਿਆ। ਗੁਰੂ ਨੂੰ ਕਿਸੇ ਨੇ ਚੇਤੇ ਹੀ ਨਾ ਕੀਤਾ। ਜਿਨ ਕੰਨ ਕੀਤੇ ਅੱਖੀ ਨਾਕ, ਜਿਹਨੇ ਕੰਨ ਦਿੱਤੇ ਸੀ, ਅੱਖਾਂ ਦਿੱਤੀਆਂ ਸੀ, ਨੱਕ ਦਿੱਤਾ ਸੀ। ਜਿਨ ਕੰਨ ਕੀਤੇ ਅੱਖੀ ਨਾਕ, ਜਿਨ ਜਿਹਵਾ ਦਿੱਤੀ ਬੋਲੇ ਤਾਤ, ਜਿਹਨੇ ਜੀਭ ਦਿੱਤੀ ਸੀ ਤੈਨੂੰ। ਸਭ ਤੋਂ ਪਹਿਲਾਂ ਤੂੰ ਮਾਂ ਪਿਓ ਦਾ ਨਾਂ ਲਿਆ ਮੂੰਹ ਤੋਂ, ਉਹਨੂੰ ਭੁੱਲ ਗਿਆ। ਤੇ ਬਚਨ ਲੈ ਰਿਹਾ ਸੀ ਕਿ 12 ਬਰਸ ਬਾਲਪਨ ਬੀਤੇ, 20 ਬਰਸ ਕਛ ਤਪ ਨਾ ਕੀਓ। 12 ਸਾਲ ਇਹਦੇ ਬਚਪਨੇ ਵਿੱਚ ਬਤੀਤ ਹੋ ਗਏ। ਮਾਂ ਪਿਓ ਨੇ ਇਹਨੂੰ ਕੁਝ ਨਹੀਂ ਕਿਹਾ ਜੀ, ਨਹੀਂ ਜੀ ਨਿਆਣਾ, ਇਹਨੂੰ ਨਹੀਂ ਕੁਝ ਕਹਿਣਾ। ਨਹੀਂ ਬਾਬਾ ਜੀ ਨਿਆਣਾ, ਇਹਨੂੰ ਹਾਲੇ ਅੰਮ੍ਰਿਤ ਥੋੜਾ ਛਕਾਉਣਾ, ਇਹ ਤੋਂ ਰੱਖਿਆ ਨਹੀਂ ਜਾਣਾ, ਇਹ ਬੱਚਾ ਹੈ ਹਾਲੇ। ਵੱਡਾ ਹੁੰਦਾ ਗਿਆ, 20 ਸਾਲ ਤੱਕ ਪਹੁੰਚਿਆ। ਕਹਿੰਦੇ 20 ਬਰਸ ਕਛ ਤਪ ਨਾ ਕੀਓ। ਇਹਨੇ ਕਦੇ ਗੁਰਦੁਆਰੇ 'ਚ ਬੈਠਾ ਵੀ ਹੈ ਤੇ ਕਦੇ ਮਨ ਨਹੀਂ ਲਾ ਕੇ ਵੇਖਿਆ ਵੀ ਇਹ ਵੀ ਕੋਈ ਚੀਜ਼ ਹੈ। ਇਹਨੇ ਅਗਲੀ ਜ਼ਿੰਦਗੀ ਵਿੱਚ ਵੀ ਸਾਥ ਦੇਣਾ ਹੈ। ਭਈ ਪ੍ਰਾਪਤ ਮਨੁੱਖ ਦੀ ਹੁਰੀਆ, ਗੋਬਿੰਦ ਮਿਲਣ ਕੀ
रोज़ पढ़ते हैं ना, रहरास ਸਾਹਿਬ ਕਰਿਆ ਕਰੋ, ਨਿਤਨੇਮ ਕਰਿਆ ਕਰੀਏ ਰੋਜ਼। ਜ਼ਿੰਦਗੀ ਦਾ ਪਤਾ ਚੱਲ ਜਾਵੇਗਾ ਵੀ ਜ਼ਿੰਦਗੀ ਹੈ ਕੀ ਚੀਜ਼ ਹੈ। ਭਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ। ਅਵਰ ਕਾਜ ਤੇਰਾ ਕਿਤੈ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਸੰਗਤ ਵਿੱਚ ਮਿਲ ਜਾ ਤੇ ਮਾਲਕ ਦਾ ਨਾਮ ਭਜਿਆ ਕਰ, ਮਾਲਕ ਦਾ ਨਾਮ ਜਪਿਆ ਕਰ। ਹੋਰ ਤੇਰੇ ਜਿੰਨੇ ਵੀ ਦੁਨੀਆ ਦੇ ਕੰਮ ਆ, ਇਹਨਾਂ ਨੇ ਉੱਥੇ ਕੰਮ ਨਹੀਂ ਆਉਣਾ, ਉੱਥੇ ਤੇ ਕੇਵਲ ਮਾਲਕ ਦੇ ਨਾਮ ਨੇ ਕੰਮ ਆਉਣਾ ਹੈ। ਬਚਨ ਲੈ ਰਿਹਾ ਸੀ ਸਾਧ ਸੰਗਤ ਜੀ, 12 ਬਰਸ ਬਾਲਪਨ ਬੀਤੇ, 20 ਬਰਸ ਕਛ ਤਪ ਨਾ ਕੀਓ, 30 ਬਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਪਇਓ। 30 ਸਾਲਾਂ ਤੱਕ ਇਹਨੇ ਕੋਈ ਅਕਾਲ ਪੁਰਖ ਉਸ ਮਾਲਕ ਦੀ ਕੋਈ ਪੂਜਾ ਨਹੀਂ ਕੀਤੀ। ਵਿਆਹ ਹੋ ਗਿਆ ਇਹਦਾ, ਫਿਰ ਆਪਣੀ ਘਰਵਾਲੀ ਦੇ ਨਾਲ ਰੰਗ ਰਲੀਆਂ ਮਾਣਦਾ ਰਹਿ ਗਿਆ। ਜ਼ਿੰਦਗੀ ਦੀ ਸੀਖ ਨੂੰ ਜਾਂ ਜ਼ਿੰਦਗੀ ਦੀ ਦੌੜ ਨੂੰ ਸਮਝ ਨਹੀਂ ਸਕਿਆ। ਧਿਆਨ ਦਿਓ, ਪਰਿਵਾਰ ਤਾਂ ਪਸ਼ੂ ਵੀ ਪਾਲਦੇ ਆ। ਗੌਰ ਕਰਿਆ ਜੀ, ਗਾਂ ਉਹਨਾਂ ਚਿਰ ਦੁੱਧ ਨਹੀਂ ਚੋਣ ਦਿੰਦੀ ਜਿੰਨਾ ਚਿਰ ਉਹਦੇ ਬੱਚੇ ਨੂੰ ਨਾ ਚੁੰਗਾ ਦਿਓ। ਪਰਿਵਾਰ ਤਾਂ ਪਸ਼ੂ ਵੀ ਪਾਲਦੇ ਨੇ, ਪੰਛੀ ਵੀ ਪਾਲਦੇ ਆ। ਕਾਹੇ ਰੇ ਮਨ ਚਿਤ ਵਹਿ ਉਦਮ ਜਾ ਆਹਰ ਹਰ ਜਿਉ ਪਰਿਆ, ਸੈਲ ਪੱਥਰ ਮਹਿ ਜੰਤ ਉਪਾਏ, ਤਾ ਕਾ ਰਿਜਕ ਆਗੈ ਕਰ ਤਰਿਆ। ਮੇਰੇ ਮਾਧਵ ਜੀ ਸਤ ਸੰਗਤ ਮਿਲੇ ਸੋ ਤਰਿਆ, ਗੁਰ ਪ੍ਰਸਾਦ ਪਰਮ ਪਦ ਪਾਇਆ, ਸੂਕੇ ਕਾਸਟ ਹਰਿਆ। ਹੁਣ ਮਹਾਰਾਜ ਪਾਤਸ਼ਾਹ ਜੀ ਕਹਿੰਦੇ ਵੀ ਵੇਖ, ਪਰਿਵਾਰ ਤਾਂ ਉਹ ਮਾਲਕ ਸਾਰੇ ਨੂੰ ਰਿਜ਼ਕ ਦੇ ਰਿਹਾ, ਕਿਸੇ ਨੂੰ ਭੁੱਖਾ ਨਹੀਂ ਰੱਖਦਾ ਮਾਲਕ, ਸਭਨਾਂ ਨੂੰ ਰੋਟੀ ਦੇ ਰਿਹਾ, ਸਾਰਿਆਂ ਨੂੰ ਰੋਟੀ ਦੇ ਰਿਹਾ, ਭੋਜਨ ਸਾਰਿਆਂ ਨੂੰ ਦੇ ਰਿਹਾ। ਪਰਿਵਾਰ ਪਸ਼ੂ ਵੀ ਪਾਲਦੇ ਨੇ, ਪੰਛੀ ਵੀ ਪਾਲਦੇ ਨੇ, ਕਿਉਂਕਿ ਊਡੇ ਊਡ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਛਰਿਆ, ਤਿਨ ਕਵਣ ਖਲਾਵੈ ਕਵਣ ਚੁਗਾਵੈ, ਮਨ ਮਹਿ ਸਿਮਰਨ ਕਰਿਆ। ਕੂੰਜਾਂ ਜਿਹੜੀਆਂ ਨੇ ਉਹ ਆਪਣੇ ਨਿਆਣੇ ਨੂੰ ਪਿੱਛੇ ਛੱਡ ਕੇ ਆ ਜਾਂਦੀਆਂ ਨੇ, ਬਹੁਤ ਦੂਰ ਛੱਡ ਕੇ, ਤੇ ਆਪ ਬਹੁਤ ਅੱਗੇ ਪਹੁੰਚ ਜਾਂਦੀਆਂ ਨੇ ਉੱਡ ਕੇ। ਸਹਿ ਕੋਸਾ 100 ਕੋਹ ਤੱਕ ਅਗਾਂਹ ਚੱਲ ਜਾਂਦੀਆਂ ਕੂੰਜਾਂ। ਊਡੇ ਊਡ ਆਵੈ ਸਹਿ ਕੋਸਾ, ਤਿਸ ਪਾਛੈ ਬਚਰੇ ਛਰਿਆ। ਆਪਣੇ ਬੱਚੇ, ਆਪਣੇ ਚੂਜੇ ਜਿਹੜੇ ਨੇ ਪੰਛੀ ਪਿੱਛੇ ਛੱਡ ਕੇ ਆ ਜਾਂਦੀਆਂ ਨੇ। ਕਹਿੰਦੇ ਤਿਨ ਕਵਣ ਖਿਲਾਵੈ, ਕੌਣ ਉਹਨਾਂ ਨੂੰ ਖਵਾਉਂਦਾ ਹੈ? ਕਵਣ ਚੁਗਾਵੈ, ਕੌਣ ਉਹਨਾਂ ਨੂੰ ਚੋਗਾ ਦਿੰਦਾ ਹੈ? ਮਨ ਮੈਂ ਸਿਮਰਨ ਕਰਿਆ, ਉਹ ਮਨ ਦੇ ਵਿੱਚ ਆਪਣੇ ਬੱਚਿਆਂ ਨੂੰ ਚੇਤੇ ਕਰਦੀਆਂ, ਮਾਲਕ ਨੂੰ ਚੇਤੇ ਕਰਦੀਆਂ। ਮਾਲਕ ਤੇਰੇ ਆਸਰੇ ਪਿੱਛੇ ਛੱਡ ਕੇ ਆਈਆਂ, ਰਹਿਮਤ ਰੱਖੀ। ਤੇ ਪਾਤਸ਼ਾਹ ਜੀ ਕਹਿੰਦੇ ਨੇ, ਕਹਿੰਦੇ ਐ ਭਾਈ 30 ਬਰਸ ਕਛ ਦੇਵ ਨਾ ਪੂਜਾ, ਫਿਰ ਪਛਤਾਨਾ ਬਿਰਧ ਭਇਓ। ਫਿਰ ਪਛਤਾਉਂਦਾ ਜਦੋਂ ਬਿਰਧ ਹੋ ਗਿਆ, ਬਜ਼ੁਰਗ ਹੋ ਗਿਆ, ਉਦੋਂ ਪਛਤਾਉਂਦਾ ਹੈ। ਕਿਉਂਕਿ ਹੁਣ ਦੇ ਵਿੱਚੋਂ ਬੁਲਬੁਲੇ ਉੱਠਦੇ ਨੇ। ਇੱਕ ਬੁਲਬੁਲਾ ਉੱਠਿਆ, ਫਿਰ ਫਟ ਗਿਆ, ਫਿਰ ਪਾਣੀ ਵਿੱਚ ਸਮਾ ਗਿਆ, ਦੂਜਾ ਉਹਨੇ ਨੂੰ ਫਿਰ ਉੱਠ ਪਿਆ। ਜਗ ਰਚਨਾ ਤੈਸੇ ਰਚੀ, ਕਹੋ ਨਾਨਕ ਸੁਨ ਮੀਤ। ਪਾਤਸ਼ਾਹ ਜੀ ਕਹਿੰਦੇ ਜਗ ਪਾ ਦੇਣੇ, ਜਿਹੜੀ ਕੋਈ ਚੀਜ਼ ਚਾਹੀਦੀ ਸੀ, ਕੋਈ ਵੀ ਵਸਤੂ ਚਾਹੀਦੀ ਹੈ, ਧੀ ਪੁੱਤਰ ਦਾ ਵਰ ਚਾਹੀਦਾ ਹੈ, ਤੇ ਬਾਬਾ ਅਟਲ ਰਾਏ ਜੀ ਨੂੰ ਜਾ ਕੇ ਕਹਿ ਦਿਆ ਕਰਨਾ, ਤੇ ਉਹਨਾਂ ਨੂੰ ਕੋਈ ਐਸੀ ਵਸਤੂ ਦੇ ਦੇਣੀ ਮਨ ਪਸੰਦੀਦਾ। ਜਦੋਂ ਸਤਿਗੁਰਾਂ ਨੂੰ ਪਤਾ ਚੱਲਿਆ, ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ, ਮਹਾਰਾਜ ਜੀ ਨੇ ਆਪਣੇ ਪੁੱਤਰ ਨੂੰ ਘੂਰਿਆ ਵੀ ਪੁੱਤ, ਕਰਾਮਾਤ ਕਹਿਰ ਦਾ ਨਾਮ ਹੈ, ਸ਼ਕਤੀ ਨਹੀਂ ਵਿਖਾਈ ਦੀ ਜੇ ਆਪਣੇ ਕੋਲ ਹੋਵੇ। ਅਜਰ ਨੂੰ ਜਰਨਾ ਸਿੱਖੋ। ਜੇ ਸਾਨੂੰ ਮਾਲਕ ਨੇ ਕਰਾਮਾਤ ਦਿੱਤੀ, ਸ਼ਕਤੀ ਦਿੱਤੀ, ਸਾਨੂੰ ਵਿਖਾਉਣੀ ਨਹੀਂ ਚਾਹੀਦੀ। ਇੱਕ ਦਿਨ ਦੀ ਗੱਲ ਆ ਸਾਧ ਸੰਗਤ ਜੀ, ਬਾਬਾ ਅਟਲ ਰਾਏ ਤੇ ਮੋਹਨ ਉਹਨਾਂ ਦਾ ਮਿੱਤਰ ਖੇਡ ਰਹੇ ਸਨ, ਤੇ ਬਾਬਾ ਅਟਲ ਰਾਏ ਜੀ ਨੇ ਆਪਣੀ ਪੱਤੀ ਖੇਡੀ ਤੇ ਮੋਹਨ ਦੀ ਸ਼ਰਤ ਜਿੱਤ ਲਈ। ਮਿੱਤਰ ਮੋਹਨ ਕਹਿਣ ਲੱਗਿਆ ਵੀ ਐ ਅਟਲ ਰਾਏ, ਮੈਂ ਕੱਲ ਨੂੰ ਆਪਣੀ ਪੱਤੀ ਦੇ ਕੇ ਆਪਣੀ ਮਿੱਤੀ ਖੇਡਾਂਗਾ,
ਆਪਣੀ ਬਾਜੀ ਖੇਡਾਂਗਾ, ਸ਼ਰਤ ਜਿੱਤਾਂਗਾ ਤੇ ਤੁਹਾਨੂੰ ਹਰਾਵਾਂਗਾ। ਬਾਬਾ ਅਟਲ ਰਾਏ ਜੀ ਕਹਿਣ ਲੱਗੇ ਵੀ ਕੋਈ ਨਾ, ਕੱਲ ਨੂੰ ਆਪਾਂ ਖੇਡ ਲਾਂਗੇ, ਵੇਖ ਲਾਂਗੇ। ਡੰਡੀ ਦੇ ਨਾਲ ਗੇਂਦ ਸਾਧ ਸੰਗਤ ਜੀ ਭਜਾਇਆ ਕਰਨੀ ਤੇ ਇਉਂ ਸ਼ਰਤ ਲਾਇਆ ਕਰਨੀ। ਜਦੋਂ ਵਾਪਸ ਪਹੁੰਚੇ, ਰਾਤ ਦਾ ਹਨੇਰਾ ਹੋ ਚੁੱਕਿਆ ਸੀ ਤੇ ਬਾਬਾ ਅਟਲ ਰਾਏ ਜੀ ਦੇ ਮਿੱਤਰ ਭਾਈ ਮੋਹਨ ਨੂੰ ਸੱਪ ਵੱਢ ਗਿਆ। ਸੱਪ ਦੇ ਡੰਗਣ ਦੇ ਕਰਕੇ ਮੌਤ ਹੋ ਗਈ। ਬਹੁਤ ਵੱਡਾ ਸੇਠ ਸੀ ਉਹਨਾਂ ਦਾ ਪਿਓ ਭਾਈ ਗੁਰਮੁਖ। ਸਾਰੇ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਰੌਲਾ ਪੈ ਗਿਆ, ਮੋਹਨ ਚੜ੍ਹਾਈ ਕਰ ਗਿਆ, ਮੋਹਨ ਚੜ੍ਹਾਈ ਕਰ ਗਿਆ, ਦੁਨੀਆ ਨੂੰ ਛੱਡ ਕੇ ਚਲਿਆ ਗਿਆ। ਮਾਂ ਬੜੀ ਰੋ ਰਹੀ ਹੈ, ਕੁਰਲਾ ਰਹੀ ਹੈ ਵੀ ਮੇਰਾ ਇੱਕੋ ਇੱਕ ਪੁੱਤਰ ਸੀ, ਉਹ ਵੀ ਦੁਨੀਆ ਤੋਂ ਚਲਿਆ ਗਿਆ। ਬੜਾ ਦੁੱਖ ਸਾਰਿਆਂ ਨੂੰ, ਸਾਰੇ ਇਕੱਠੇ ਹੋਏ। ਬਾਬਾ ਅਟਲ ਰਾਏ ਜੀ ਅੰਮ੍ਰਿਤਸਰ ਦੀ ਧਰਤੀ ਤੇ ਪਹੁੰਚ ਕੇ, ਆਪਣੇ ਸ਼ਿਵਰ ਪਹੁੰਚ ਕੇ ਰਾਤ ਨੂੰ ਸੌਂ ਜਾਂਦੇ ਤੇ ਸਵੇਰੇ ਜਦੋਂ ਖੇਡਣ ਦੇ ਮੈਦਾਨ ਤੇ ਪਹੁੰਚਦੇ ਆ, ਉੱਥੇ ਜਾ ਕੇ ਬਾਕੀ ਮਿੱਤਰਾਂ ਨੂੰ ਪੁੱਛਦੇ ਨੇ ਵੀ ਮੋਹਨ ਨਹੀਂ ਅੱਜ ਆਇਆ, ਉਹਨੇ ਆਪਣੀ ਪੱਤੀ ਖੇਡਣੀ ਸੀ, ਸਿਰ ਬਾਜੀ ਚੜੀ ਹੋਈ ਹੈ, ਸ਼ਰਤ ਪੂਰੀ ਕਰਨੀ ਹੈ। ਨਾਲ ਦੇ ਮਿੱਤਰ ਸਕੇ ਸੰਬੰਧੀ ਕਹਿਣ ਲੱਗੇ, ਜਿਹੜੇ ਨਾਲ ਖੇਡਦੇ ਸਨ, ਉਹ ਕਹਿਣ ਲੱਗੇ ਵੀ ਬਾਬਾ ਜੀ ਤੁਹਾਡਾ ਮਿੱਤਰ ਤੇ ਰਾਤ ਦਾ ਹੀ ਚੜ੍ਹਾਈ ਕਰ ਗਿਆ। ਸਾਰੇ ਸ਼ਹਿਰ 'ਚ ਤੇ ਰੌਲਾ ਪਿਆ ਹੋਇਆ ਵੀ ਤੁਹਾਡਾ ਮਿੱਤਰ ਦੁਨੀਆ ਨੂੰ ਅਲਵਿਦਾ ਕਹਿ ਗਿਆ ਤੇ ਤੁਸੀਂ ਉਹਨੂੰ ਇੱਥੇ ਭਾਲਦੇ ਹੋ। ਉਹਦੇ ਕਦੋਂ ਦਾ ਚੜ੍ਹਾਈ ਕਰ ਗਿਆ, ਰਾਤ ਉਹਦੀ ਮਾਂ ਰੋ ਰਹੀ ਹੈ, ਪਿਓ ਰੋ ਰਿਹਾ, ਸਾਰੇ ਰੋ ਰਹੇ ਨੇ, ਕੱਲਾ ਕੱਲਾ ਪੁੱਤ ਸੀ। ਬਾਬਾ ਅਟਲ ਰਾਏ ਜੀ ਕਹਿਣ ਲੱਗੇ ਵੀ ਇੱਦਾਂ ਕਿੱਦਾਂ ਚੜ੍ਹਾਈ ਕਰ ਗਿਆ, ਉਹਨੇ ਆਪਣੀ ਸ਼ਰਤ ਨਹੀਂ ਪੂਰੀ ਕਰਨੀ, ਉਹਨੇ ਆਪਣੀ ਬਾਜੀ ਨਹੀਂ ਪੂਰੀ ਕਰਨੀ। ਤੇ ਭੱਜਦੇ ਹੋਏ ਸਾਧ ਸੰਗਤ ਜੀ ਮੋਹਨ ਦੇ ਘਰੇ ਪਹੁੰਚੇ। ਖੇਡਣ ਵਾਲੀ ਖੂੰਡੀ ਜਿਹੜੀ ਹੈ ਹੱਥ 'ਚ ਫੜ ਕੇ ਤੇ ਮੋਹਨ ਦੀ ਧੌਣ ਦੇ ਵਿੱਚ ਫਸਾ ਕੇ ਕਹਿਣ ਲੱਗਿਆ, ਉੱਠ, ਆਪਣੀ ਬਾਜੀ ਖੇਡ, ਆਪਣੀ ਸ਼ਰਤ ਪੂਰੀ ਕਰ, ਆਪਣੀ ਪੱਤੀ ਤੇ ਲਾਹ ਸਿਰ ਤੋਂ। ਇੰਨੇ ਬਚਨ ਕਹਿਣ ਦੀ ਲੋੜ ਸੀ ਤੇ ਕਹਿੰਦੇ ਵੀ ਗੁਰਮੁਖ ਦਾ ਬੇਟਾ, ਜਿਹੜਾ ਭਾਈ ਗੁਰਮੁਖ ਦਾ ਬੇਟਾ ਭਾਈ ਮੋਹਨ, ਉਹ ਸਾਧ ਸੰਗਤ ਜੀ ਇਉਂ ਖੜਾ ਹੋ ਗਿਆ ਜਿਵੇਂ ਸੁੱਤਾ ਵੀ ਨਾ ਹੋਵੇ ਤੇ ਇਉਂ ਹੀ ਲੰਮਾ ਪਿਆ ਹੋਵੇ। ਹੇਠੋਂ ਜ਼ਮੀਨ ਨਿਕਲ ਗਈ ਸਾਰਿਆਂ ਦੇ ਵੀ। ਰਾਤੀ ਤੇ ਸੱਪ ਡੰਗਿਆ ਸੀ। 50-100 ਵੈਦਾਂ ਨੂੰ ਇਲਾਜ ਕਰਵਾ ਕੇ ਵਿਖਾਇਆ, ਸਾਰਿਆਂ ਨੇ ਹੱਥ ਖੜੇ ਕਰ ਦਿੱਤੇ, ਪਰ ਨੇ ਇੱਕ ਖੁੰਡੀ ਸੁਆ ਕੇ ਤੇ ਖੜਾ ਕਰ ਦਿੱਤਾ, ਉਠਾ ਕੇ ਬਿਠਾਤਾ। ਤੇ ਗੁਰਮੁਖ ਜਦੋਂ ਗੁਰੂ ਹਰਗੋਬਿੰਦ ਸਾਹਿਬ ਪਾਤਸ਼ਾਹ ਜੀ ਨੂੰ ਪਤਾ ਚੱਲਿਆ ਕਿ ਸਾਡੇ ਪੁੱਤਰ ਨੇ ਆਪਣਾ ਮਿੱਤਰ ਜਿਹੜਾ ਜਿਉਂਦਾ ਕਰ ਦਿੱਤਾ, ਰਾਤ ਨੂੰ ਮੋਹਨ ਦੇ ਨਾਲ ਖੇਡ ਕੇ ਜਦੋਂ ਵਾਪਸ ਪਹੁੰਚੇ ਨੇ ਸਾਧ ਸੰਗਤ ਜੀ ਸ਼ਾਮਾਂ ਕੁ ਵੇਲੇ, ਤੇ ਸਤਿਗੁਰੂ ਪਾਤਸ਼ਾਹ ਜੀ ਕਹਿਣ ਲੱਗੇ, ਪੁੱਤਰ ਅਟਲ ਰਾਏ, ਜੇ ਇੱਦਾਂ ਕਰਾਮਾਤਾਂ ਹੀ ਵਿਖਾਉਣ ਲੱਗ ਪਏ, ਮਰਿਆਂ ਨੂੰ ਜਿਉਂਦਿਆਂ ਕਰਨ ਲੱਗ ਪਏ, ਜੇ ਕਿਸੇ ਬਾਦਸ਼ਾਹ ਦਾ ਪੁੱਤਰ ਚੜ੍ਹਾਈ ਕਰ ਗਿਆ, ਕਿਸੇ ਬਾਦਸ਼ਾਹ ਦਾ ਭਰਾ ਚੜ੍ਹਾਈ ਕਰ ਗਿਆ, ਸਾਰੇ ਉਰੇ ਹੀ ਆਇਆ ਕਰਨਗੇ, ਕਿਉਂਕਿ ਭੈਣ ਭਰਾ ਸਕੇ ਸੰਬੰਧੀ ਸਾਰਿਆਂ ਨੂੰ ਪਿਆਰੇ ਹੈ। ਮੋਹ ਦੀਆਂ ਤੰਦਾਂ ਸਾਰਿਆਂ ਦੇ ਨਾਲ ਬੱਝੀਆਂ ਹੋਈਆਂ ਨੇ, ਸਾਰਿਆਂ ਦੀਆਂ ਬੱਝੀਆਂ ਨੇ। ਤੇ ਲੋਕ ਤੇ ਫਿਰ ਇੱਥੇ ਪਹੁੰਚਿਆ ਕਰਨਗੇ ਵੀ ਮਹਾਰਾਜ ਸਾਡੇ ਪੁੱਤਰ ਨੂੰ ਵੀ ਜਿਉਂਦਾ ਕਰੋ, ਸਾਡੇ ਭੈਣ ਭਰਾ ਨੂੰ ਵੀ ਜਿਉਂਦਾ ਕਰੋ, ਸਾਡੇ ਮਾਂ ਪਿਓ ਨੂੰ ਜਿਉਂਦਾ ਕਰੋ। ਐ ਬੇਟਾ, ਮੌਤ ਇੱਕ ਅਟਲ ਸੱਚਾਈ ਹੈ, ਇਹਨੂੰ ਕਦੇ ਠੁਕਰਾਇਆ ਨਹੀਂ ਜਾ ਸਕਦਾ। ਇਸ ਕਰਕੇ ਮੌਤ ਦੇ ਬਦਲੇ ਤੇ ਮੌਤ ਤਾਂ ਦੇਣੀ ਪਵੇਗੀ। ਮਰਨ ਦੇ ਥਾਂ ਤੇ ਮਰਨ ਤੇ ਚਾਹੀਦਾ ਹੈ। ਮੌਤ ਨੇ ਤਾਂ ਕਿਸੇ ਨਾ ਕਿਸੇ ਨੂੰ ਲੈ ਕੇ ਜਾਣਾ ਹੀ ਹੈ ਨਾ। ਹੁਣ ਜਾਂ ਤੇ ਤੁਹਾਨੂੰ ਆਪਣੇ ਪ੍ਰਾਣ ਛੱਡਣੇ ਪੈਣਗੇ ਜਾਂ ਸਾਨੂੰ